ਪਤਾ ਸੀ ਕਿ ਇਹ ਕੰਮ ਇੰਨਾ ਸੌਖਾ ਨਹੀਂ ਹੋ ਪਾਏਗਾ ਤੇ ਸਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਮੁਸ਼ਕਿਲ ਹੈ ਗਵਰਨਮੈਂਟ ਤੋਂ ਕੰਮ ਕਰਾਉਣਾ। ਬਹੁਤ ਸਾਰੇ ਅਸੀਂ ਵੇਖਦੇ ਹਾਂ ਕਿ ਅਸੀਂ ਮੋਸਟਲੀ ਬੱਚੇ ਜ਼ਿਆਦਾਤਰ ਕੀ ਕਰਦੇ ਆ ਕਿ ਵੀਡੀਓ ਗੇਮ ਜਾਂ ਫੋਨਾਂ ਦੇ ਨਾਲ ਜੁੜੇ ਹੁੰਦੇ ਆ ਹਨਾ। ਤੇ ਤੁਸੀਂ ਇੱਕ ਐਕਸਟਰਾ ਕਦਮ ਕੀਤਾ ਹਨਾ ਤੇ ਕੀ ਬੱਚਿਆਂ ਨੂੰ ਕੀ ਸੁਨੇਹਾ ਮੈਸੇਜ ਦੇਣਾ ਚਾਹੋਗੇ ਕਿ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹਨਾਂ ਨੂੰ ਅਸੀਂ ਆਮ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ। ਕਈ ਚੀਜ਼ਾਂ ਨੂੰ ਅਸੀਂ ਵੇਖਦੇ ਆ ਤੇ ਵੇਖ ਕੇ ਛੱਡ ਦਿੰਦੇ ਆ। ਕੁਝ ਲੋਕ ਇਦਾਂ ਦੇ ਹੁੰਦੇ ਆ ਕਿ ਉਹ ਚੀਜ਼ਾਂ ਨੂੰ ਵੇਖਦੇ ਆ ਤੇ ਉਹ ਚੀਜ਼ਾਂ ਨੂੰ ਸਮਝਦੇ ਆ ਕਿ ਇਹ ਚੀਜ਼ਾਂ ਇਦਾਂ ਦੀਆਂ ਕਿਉਂ ਹੋ ਰਹੀਆਂ ਨੇ। ਕੁਝ ਸਾਡੇ ਨਾਲ ਇਦਾਂ ਦੇ ਬੱਚੇ ਨੇ ਜਿਨ੍ਹਾਂ ਨੇ ਇੱਕ ਬਹੁਤ ਅਨੋਖਾ ਕੰਮ ਕੀਤਾ ਨਾ ਸਾਡੀ ਆਮ ਜ਼ਿੰਦਗੀ ਦੇ ਵਿੱਚ। ਅਸੀਂ ਬਹੁਤ ਸਾਰੇ ਜਿੱਦਾਂ ਹੈਂਡੀਕੈਪਟ ਪਰਸਨ ਹੈਂਡੀਕੈਪਟ ਲੋਕਾਂ ਨੂੰ ਮਿਲਦੇ ਆ। ਉਹਨਾਂ ਨੂੰ ਕਿਹੜੀਆਂ ਪ੍ਰੋਬਲਮ ਆਉਂਦੀਆਂ ਨਾ ਕਿਸੇ ਹੋਟਲ ਦੇ ਵਿੱਚ ਲਾਈਏ ਬੈਂਕ ਦੇ ਵਿੱਚ ਲਾਈਏ ਤਾਂ ਉਹਨਾਂ ਨੂੰ ਜਾਣਾ ਔਖਾ ਹੁੰਦਾ ਗਾ ਨਾ ਤੇ ਪਬਲਿਕ ਪਲੇਸ ਤੋਂ ਉਹਨਾਂ ਨੂੰ ਜਾਣਾ ਬਹੁਤ ਔਖਾ ਹੁੰਦਾ। ਸੋ ਇਹ ਬੱਚਿਆਂ ਨੇ ਉਹਨਾਂ ਨੂੰ ਸਮਝਿਆ ਤੇ ਰਿਸਰਚ ਕੀਤੀ ਸੀ ਹੋਪ ਕਲੱਬ ਦੇ ਵੱਲੋਂ ਇਹਨਾਂ ਨੇ ਉਪਰਾਲਾ ਕੀਤਾ ਕਿ ਕੀ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਜਾਂ ਕੀ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ ਨੇ। ਸੋ ਸਭ ਤੋਂ ਪਹਿਲਾਂ ਬੱਚਿਆਂ ਦੇ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ? ਮਾਨਵੀ ਲੌਂਗਿਆ। ਮਾਨਵੀਰ। मुस्कान। ਮੁਸਕਾਨ। अन्वेषा। ਤੇ ਤੁਸੀਂ ਪ੍ਰੈਜ਼ੀਡੈਂਟ ਵੀ ਹੋ ਉਸ ਕਲੱਬ ਦੇ ਹਨਾ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਬੰਦੀ ਨੇ ਕਿ ਤੁਹਾਡੀ ਬਹੁਤ ਛੋਟੀ ਤੁਹਾਡੀ ਬੱਚਾ ਤੁਹਾਡਾ ਨਾਮ ਇਦਾਂਤ। ਸਭ ਤੋਂ ਪਹਿਲਾਂ ਨਾ ਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵੇਖਦੇ ਹਾਂ ਅਸੀਂ ਵੇਖ ਕੇ ਛੱਡ ਦਿੰਦੇ ਹਾਂ ਨਾ। ਤੇ ਤੁਸੀਂ ਇਹ ਚੀਜ਼ ਨੂੰ ਕਿਵੇਂ ਵੇਖਿਆ ਕਿ ਤੁਸੀਂ ਆਮ ਪਬਲਿਕ ਦੇ ਵਿੱਚ ਜਾਂਦੇ ਹੋ ਤਾਂ ਉਹ ਲੋਕਾਂ ਨੂੰ ਤੁਸੀਂ ਸਮਝਿਆ ਕਿੱਥੋਂ ਤੁਹਾਡੇ ਜ਼ਿਹਨ ਦੇ ਵਿੱਚ ਆਈਡੀਆ ਕਿੱਦਾਂ? ਤੇ ਅਸੀਂ ਇਹ ਵੀ ਵੇਖਦੇ ਹਾਂ ਕਿ ਜਿਵੇਂ ਸਾਡੇ ਗ੍ਰੈਂਡ ਪੇਰੈਂਟਸ ਹੈ ਉਹਨਾਂ ਨੂੰ ਕਿੰਨੀ ਦਿੱਕਤ ਆਉਂਦੀ ਆ ਰੈਸਟੋਰੈਂਟ ਜਾਂਦੇ ਹੋਏ ਕਿ ਕਦੀ ਸੀੜੀਆਂ ਹੁੰਦੀਆਂ ਤੇ ਕਦੀ ਟਾਇਲਟ ਨਹੀਂ ਹੁੰਦੇ ਉਹਨਾਂ ਦੇ ਲਈ। ਤੇ ਇਸ ਲਈ ਸਾਨੂੰ ਲੱਗਾ ਕਿ ਇਹੋ ਜਿਹੇ ਕਿੰਨੇ ਲੋਕ ਹੈ ਕਿੰਨੇ ਗ੍ਰੈਂਡ ਪੇਰੈਂਟਸ ਹੈ ਔਰ ਕਿੰਨੇ किन्ने लोग हैं जिन्होंने इस चेंज की ज़रूरत है क्योंकि जो हमारा बिल्डिंग कोड है वो रिक्वायर नहीं करता कि जो रेस्टोरेंट्स है वो फ्रेंडली हो डिसेबल्ड फ्रेंडली हो। इसलिए सानू लगा कि यह प्रोजेक्ट बहुत ज़रूरी है इसलिए असी सर्वे किया। ਤੁਸੀਂ ਮਤਲਬ ਕਿੱਦਾਂ ਇਸ ਕਲੱਬ ਦੇ ਨਾਲ ਕਿਵੇਂ ਜੁੜੇ ਕਿਵੇਂ ਪ੍ਰੈਜ਼ੀਡੈਂਟ ਬਣੇ ਸਭ ਤੋਂ ਪਹਿਲਾਂ ਦੱਸੋ। क्योंकि असी काफ़ी साल तो इस क्लब विच मैंने स्कूल लास्ट ईयर ज्वाइन करा तो लास्ट ईयर से भी कोविड में असी काफ़ी कम किया। असी थिंक लैब के नाल काम करते हैं। असी ब्लाइंड द लिस्टिक्स ब्लाइंड द लिस्टिक्स बनाई थिंक लैब विच। इसलिए हम काफ़ी टाइम से जुड़े हुए हैं इस क्लब से और क्योंकि काफ़ी काम करा प्रोजेक्ट स्टार्ट करा इसलिए प्रेसिडेंट बनाया गया। ਆਪ ਕੌਣ ਸੀ ਕਲਾਸ में पढ़ते 11th 11वीं में। ਹੋ? ਸੋ ਕਿਸ ਤਰ੍ਹਾਂ ਤੁਸੀਂ ਇਸ ਕਲੱਬ ਦੇ ਨਾਲ ਜੁੜੇ ਤਾਂ ਕੀ ਤੁਸੀਂ ਪ੍ਰੋਬਲਮਾਂ ਵੇਖੀਆਂ ਨਾ ਜਿੱਦਾਂ ਕਿ ਮੈਂ ਜ਼ਿਕਰ ਕੀਤਾ ਕਿ ਹੈਂਡੀਕੈਪਟ ਲੋਕਾਂ ਦੀ ਤੁਸੀਂ ਕਿਹੜੀਆਂ ਪ੍ਰੋਬਲਮਾਂ ਦੇਖੀਆਂ ਜਾਂ ਕਿਹੜੀ ਤੁਹਾਡੇ ਜ਼ਿਹਨ 'ਚ ਆਇਆ ਵੀ ਇਹ ਚੀਜ਼ ਇੱਦਾਂ ਹੋਣੀ ਚਾਹੀਦੀ ਹੈ? मैं इस क्लब का पार्ट मतलब मैं स्टार्टिंग से इसी स्कूल में तो हमने स्टार्टिंग से बहुत सारे काम करे हैं इस क्लब के साथ। तो जब हम लोगों ने सब ने इस क्लब के मेंबर्स ने हम सब ने कैंपेन स्टार्ट किया सर्वे किया। हमने 80 होटल्स में रेस्टोरेंट्स में गए हम लोग। वहाँ हमने देखा कि जो ये लोग हैं जैसे दिव्यांग लोग हैं इन लोगों के पास वो सुविधाएं है ही नहीं कि वो लोग घर से बाहर नहीं निकल सकते। वो अपने घर पे ही बंधे हुए हैं। अगर वो बाहर जाते भी हैं तो मतलब उनके साथ कोई चाहिए क्योंकि ज़्यादातर हमने सरकारी दफ्तरों में भी देखा कि वहाँ पे रैंप्स नहीं थे उनको चढ़ाने के लिए। तो व्हील चेयर से लोगों को उनके घर वालों को उठा के उनको करना पड़ता है। तो मतलब वो लोग घर से बाहर निकलना ही नहीं चाहते थे इन कारणों की वजह से। तो इसलिए हम लोगों ने जब देखा वॉशरूम्स में सरकारी दफ्तरों में जो बाथरूम थे डिसेबल्ड सीट तो छोड़ो वहाँ पे उनका जो दरवाज़ा था वो इतना चौड़ा भी नहीं था कि उसमें से व्हील चेयर अंदर जा सके। तो इसलिए उन लोगों की दिक्कतों को देखा हमने। 80 रेस्टोरेंट्स वगैरह में से ज़्यादातर में नहीं थी चीज़ें ये अवेलेबल उन लोगों की सुविधा के लिए। सुखना लेक जैसी जगहों में भी नहीं थी जो पब्लिक प्लेसेस है वहाँ पे। तो इन लोगों के लिए तो बाहर निकलना है ही बहुत मुश्किल। वो लोग बाहर ही नहीं निकल पाते। इसीलिए हम सब ने मिलके फ़ैसला किया कि हमें एक ऐसा कैंपेन स्टार्ट करना चाहिए ताकि ये लोग भी हम लोगों की तरह आम लोगों की तरह जी सकें। कब से ये कैंप अपने स्टार्ट किए कब से ज्वाइन किए? ਅਸੀਂ ਅਗਸਤ ਅਸੀਂ ਸਰਵੇ ਸਟਾਰਟ ਕੀਤਾ ਤੇ ਸਭ ਤੋਂ ਪਹਿਲੀ ਗੱਲ ਸਾਡੇ ਸਕੂਲ ਤੋਂ ਸਾਨੂੰ ਬਹੁਤ ਸਪੋਰਟ ਮਿਲਦੀ ਹੈ ਤਾਂ ਕਿ ਅਸੀਂ ਅੱਜ ਇੱਥੇ ਇੰਨੇ ਵੱਡੇ ਸਕੇਲ ਤੇ ਸਰਵੇ ਕਰ ਪਾਏ ਕਿਉਂਕਿ ਅਸੀਂ ਪਹਿਲੇ ਵੀ ਟਰੀ ਪਲਾਂਟੇਸ਼ਨ ਡਰਾਈਵਸ ਔਰ ਗਵਰਨਮੈਂਟ ਸਕੂਲਸ ਐਂਡ ਆਰਫਨੇਜਸ ਨਾਲ ਅਸੀਂ ਬਹੁਤ ਕੁਝ ਪ੍ਰੋਜੈਕਟਸ ਕਰਦੇ ਰਹਿੰਦੇ ਹਾਂ। ਪਰ ਇਹ ਚੀਜ਼ ਸਾਡੇ ਨੋਟਿਸ 'ਚ ਆਈ ਫਿਰ ਅਸੀਂ ਅਰਾਊਂਡ ਅਗਸਤ ਸਰਵੇ ਸਟਾਰਟ ਕੀਤਾ ਤੇ ਪੂਰਾ ਡੇਟਾ ਤਿਆਰ ਕਰਿਆ ਤੇ ਉਸ ਤੋਂ ਬਾਅਦ ਅਸੀਂ ਬਹੁਤ ਅਥਾਰਟੀਜ਼ ਨੂੰ ਵੀ ਅਸੀਂ ਜੁੜੇ ਉਹਨਾਂ ਨਾਲ। ਸਾਡੇ ਪ੍ਰੈਜ਼ੀਡੈਂਟ ਪੰਚਕੂਲਾ ਦੇ ਡੀਸੀ ਨਾਲ ਵੀ ਮੀਟਿੰਗ ਕਰਕੇ ਆਈ ਸੀ ਬਟ ਉਹਨਾਂ ਤੋਂ ਸਾਨੂੰ ਕੋਈ ਖਾਸ ਜਵਾਬ ਨਹੀਂ ਮਿਲਿਆ। ਇਹ ਤੁਹਾਨੂੰ ਵੀ ਪਤਾ ਹੈ ਕਿ ਗਵਰਨਮੈਂਟ ਤੋਂ ਕੁਝ ਕੰਮ ਕਰਾਉਣਾ ਬਹੁਤ ਮੁਸ਼ਕਿਲ ਹੈ ਐਂਡ ਸਪੈਸ਼ਲੀ ਉਹਨਾਂ ਕੋਲ ਕਿੰਨੇ ਪ੍ਰੋਜੈਕਟਸ ਹੁੰਦੇ ਨੇ ਤਾਂ ਉਹ ਨੋਟਿਸ ਨਹੀਂ ਕਰਦੇ। ਬਟ ਅਸੀਂ ਫਿਰ ਵੀ ਆਪਣੀ ਕੋਸ਼ਿਸ਼ ਜਾਰੀ ਰੱਖੀ ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਚੱਲੇ ਕਿ ਅਜਿਹਾ ਕੁਝ ਪ੍ਰੋਜੈਕਟ ਹੈ ਤਾਂ ਕਿ ਉਹ ਵੀ ਸਾਡੀ ਸਪੋਰਟ ਕਰਨ ਜ਼ਿਆਦਾ ਲੋਕ ਨਾਲ ਜੁੜਨ ਐਂਡ ਤਾਂ ਜੋ ਗਵਰਨਮੈਂਟ ਵੀ ਪ੍ਰੈਸ਼ਰਾਈਜ਼ ਹੋਏ ਕਿ ਅਸੀਂ ਕੁਝ ਕਰਨਾ ਹੈ ਤੇ ਨੋਟਿਸ ਕਰਨਾ ਹੈ ਕਿਉਂਕਿ ਜ਼ਿਆਦਾਤਰ ਚੀਜ਼ਾਂ ਅਨਨੋਟਿਸ ਚਲੇ ਜਾਂਦੀਆਂ ਤੇ ਐਫਰਟ ਬੇਸ ਜਾਂਦਾ ਹੈ। ਪਰ ਅਸੀਂ ਚਾਹੁੰਦੇ ਕਿ ਗਵਰਨਮੈਂਟ ਇਸ ਚੀਜ਼ 'ਤੇ ਧਿਆਨ ਦੇ ਤਾਂ ਕਿ ਜੋ ਡਿਸੇਬਲਡ ਲੋਕ ਹੈ ਉਹ ਵੀ ਸਾਡੇ ਨਾਲ ਸੁਸਾਇਟੀ 'ਚ ਨੋਰਮਲੀ ਰਹਿ ਸਕਣ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਤਾਂ ਕੀ ਤੁਹਾਨੂੰ ਉਹਨਾਂ ਦੇ ਵੱਲੋਂ ਕੀ ਉਮੀਦਾਂ ਲੱਗੀਆਂ ਕੀ ਉਹਨਾਂ ਨੇ ਕਿਹਾਗਾ ਕਿ ਇਹ ਅਸੀਂ ਚੀਜ਼ ਦਾ ਹੱਲ ਕਰਾਂਗੇ ਜਾਂ ਕਿੰਨੇ ਟਾਈਮ 'ਚ ਹੋਏਗਾ?
ਅਸੀਂ ਪਹਿਲੇ ਨੈਸ਼ਨਲ ਇੰਡੀਅਨ ਬਿਊਰੋ ਨੂੰ ਵੀ ਮੇਲਸ ਪਾਈਆਂ ਨੇ ਤੇ ਹੋਰ ਵੀ ਜ਼ੋਮੈਟੋ ਸਵਿਗੀ ਵਰਗੇ ਵੱਡੇ ਵੱਡੇ ਜਿੱਦਾਂ ਸਾਡੇ ਐਪਸ ਹੈ ਇਹਨਾਂ ਨੂੰ ਵੀ ਅਸੀਂ ਮੇਲਸ ਕੀਤੀਆਂ ਕਿ ਇਹ ਵੀ ਡਿਸੇਬਲ ਫੀਚਰਸ ਆਪਣੇ ਐਪ 'ਚ ਲੈ ਕੇ ਆਉਣ, ਪਰ ਕੁਝ ਸਾਨੂੰ ਹਮੇਸ਼ਾ ਰੀਡਾਇਰੈਕਟ ਕਰਦਾ ਗਿਆ ਕਿ ਇਹ ਸਾਡਾ ਡਿਪਾਰਟਮੈਂਟ ਦਾ ਕੰਮ ਨਹੀਂ ਹੈ ਜਾਂ ਕੁਝ ਖਾਸ ਜਵਾਬ ਕਦੇ ਵੀ ਨਹੀਂ ਮਿਲਿਆ। ਤੇ ਪੰਚਕੂਲਾ ਡੀਸੀ ਨਾਲ ਮੀਟਿੰਗ ਕਰਨ ਤੋਂ ਬਾਅਦ ਵੀ ਸਾਨੂੰ ਕੁਝ ਨਹੀਂ ਜ਼ਿਆਦਾ ਕੁਝ ਜਵਾਬ ਨਹੀਂ ਮਿਲਿਆ, ਤਾਂ ਅਸੀਂ ਉਸ ਤੋਂ ਬਾਅਦ ਸਾਨੂੰ ਪਤਾ ਸੀ ਕਿ ਇਹ ਕੰਮ ਇੰਨਾ ਸੌਖਾ ਨਹੀਂ ਹੋ ਪਾਏਗਾ ਤੇ ਸਾਨੂੰ ਸਭ ਨੂੰ ਪਤਾ ਹੈ ਕਿ ਬਹੁਤ ਮੁਸ਼ਕਿਲ ਹੈ ਗਵਰਨਮੈਂਟ ਤੋਂ ਕੰਮ ਕਰਾਉਣਾ। ਤਾਂ ਇਸ ਕਰਕੇ ਫਿਰ ਅਸੀਂ ਇਸ ਆਈਡੀਆ 'ਤੇ ਆਏ ਕਿ ਸਾਨੂੰ ਮੀਡੀਆ ਦੇ ਥਰੂ ਇਹ ਚੀਜ਼ ਸਪਰੈਡ ਕਰਨੀ ਹੈ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਚੱਲੇ ਕਿ ਇਹ ਜਿਹਾ ਕੁਝ ਹੋ ਰਿਹਾ ਹੈ, ਉਹ ਵੀ ਡਿਸੇਬਲਡ ਪੀਪਲ ਲਈ। ਸੋ ਕਿੰਨਾ ਔਖਾ ਹੁੰਦਾ ਨਾ ਕਿ ਤੁਸੀਂ ਇੱਕ ਸੰਸਥਾ ਵੀ ਚਲਾ ਰਹੇ ਹੋ ਤੇ ਨਾਲ ਨਾਲ ਸਟੱਡੀ ਵੀ ਕਰ ਰਹੇ ਹੋਗੇ, ਇਸ ਚੀਜ਼ ਨੂੰ ਨਾਲ ਨਾਲ ਰੈਗੂਲਰ ਰੱਖਣਾ ਕਿੰਨਾ ਔਖਾ ਹੁੰਦਾ? ऐसा नहीं लगता है कि फिर टाइम मैनेज अगर करना चाहो तो आप कर सकते हो। तो हम चारों कर रहे हैं, ये काम भी कर रहे हैं, स्कूल भी मैनेज कर रहे हैं, नंबर भी ला रहे हैं, तो मतलब वो सिर्फ एक माइंड में रहता है कि मुश्किल है, बट अगर आप चाहो तो आप कर सकते हो। ਮਤਲਬ ਜਿੱਦਾਂ ਨਾ ਜਿਸ ਤੁਹਾਡੀ ਏਜ ਆ ਨਾ, ਅਸੀਂ ਬਹੁਤ ਸਾਰੇ ਅਸੀਂ ਵੇਖਦੇ ਹਾਂ ਕਿ ਅਸੀਂ ਮੋਸਟਲੀ ਬੱਚੇ ਜ਼ਿਆਦਾਤਰ ਕੀ ਕਰਦੇ ਆ ਕਿ ਵੀਡੀਓ ਗੇਮ ਜਾਂ ਫੋਨਾਂ ਦੇ ਨਾਲ ਜੁੜੇ ਹੁੰਦੇ ਆ ਨਾ, ਤੇ ਤੁਸੀਂ ਇੱਕ ਐਕਸਟਰਾ ਕਦਮ ਕੀਤਾ ਹਨਾ, ਤੇ ਕੀ ਬੱਚਿਆਂ ਨੂੰ ਕੀ ਸੁਨੇਹਾ ਮੈਸੇਜ ਦੇਣਾ ਚਾਹੋਗੇ ਕਿ ਇਸ ਦੇ ਸੰਸਥਾ ਦੇ ਨਾਲ ਜੁੜਨਾ ਚਾਹੀਦਾ, ਕਿਹੋ ਜਿਹਾ ਮਾਹੌਲ ਸਾਨੂੰ ਕ੍ਰੀਏਟ ਕਰਨਾ ਚਾਹੀਦਾ ਆਪਣੇ ਅੱਗੇ? अगर आप लोग कहीं प्रॉब्लम देखते हो तो उसको वहाँ छोड़ ना दिया करो। मतलब अगर आपको लगता है कि चेंज की ज़रूरत है तो बस कंप्लेन ना करो, एक्चुअली जाओ देखो क्या प्रॉब्लम है और उसको चेंज करने की कोशिश करो। अगर वो काम भी नहीं करता है जस्ट ट्राई, मतलब बस कोशिश करो और क्या पता काम कर जाए। ਕੀ ਮਤਲਬ ਜਿੱਦਾਂ ਨਾ ਕਿ ਤੁਸੀਂ ਬਹੁਤ ਇੱਕ ਨਿੱਕੀ ਏਜ ਤੋਂ ਹੀ ਨਾ ਬਹੁਤ ਚੰਗੇ ਉਪਰਾਲੇ ਕਰ ਰਹੇ ਹੋ, ਬਹੁਤ ਚੰਗੇ ਤੁਸੀਂ ਕੰਮ ਕਰ ਰਹੇ ਹੋ। ਫਿਊਚਰ ਕੀ ਪਲਾਨ ਹੈ ਨਾ, ਕੀ ਸੋਚਿਆ ਵੀ ਇਨ ਫਿਊਚਰ ਅੱਗੇ ਜਾ ਕੇ ਕੀ ਤੁਸੀਂ ਵੇਖਦੇ ਹੋ ਆਪਣੇ ਆਪ ਨੂੰ? ਫਿਊਚਰ 'ਚ यही है कि बदलाव लाते रहे, तो मतलब पढ़ाई के नाल नाल सिर्फ ऐसे ना है कि जॉब में रह जाए, ये भी है कि साथ साथ चेंज भी लाते रहे और कोशिश करते रहे कि हम दुनिया बदल सकते हैं। ਥੈਂਕ ਯੂ ਸੋ ਮਚ, ਹमें ਬਹੁਤ ਅੱਛਾ ਲਗਾ ਲੋਗों को मिलकर ना, क्योंकि बहुत कम ਇਦਾਂ ਦੇ ਬੱਚੇ ਹੁੰਦੇ ਆ ਕਿ ਜਿਹੜੇ ਇਦਾਂ ਦੀ ਸੋਚ ਰੱਖਦੇ ਆ ਨਾ। ਸੋ ਕੀ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ? हम सबको यही मैसेज देना चाहते हैं कि हमारे देश में बहुत सारी प्रॉब्लम्स है, अगर हम सब मिलके एक एक कदम उठाते हैं तभी देश की प्रॉब्लम्स बेटर हो सकती है, तभी लोगों को हेल्प मिलेगी, तभी वो लोग बाहर निकलेंगे अपने घरों से। तो सबको बदलाव की तरफ एक कदम आगे बढ़ाना चाहिए। ਮੈਂ ਇਹ ਕਹਿਣਾ ਚਾਹੂੰਗੀ ਕਿ ਅਸੀਂ ਸਾਰੇ ਇੱਥੇ ਕੁਝ ਕਰਨ ਆਏ ਤੇ ਸਿਰਫ ਪਰਸਨਲ ਡਿਵੈਲਪਮੈਂਟ ਨਹੀਂ ਦੇਖਣੀ ਚਾਹੀਦੀ, ਬਲਕਿ ਅਸੀਂ ਇੱਕ ਪਰਪਸ ਲਈ ਆਏ ਹਾਂ ਤਾਂ ਉਹ ਪਰਪਸ ਨਿਭਾਉਣਾ ਚਾਹੀਦਾ ਤੇ ਸਾਨੂੰ ਸੁਸਾਇਟੀ ਨੂੰ ਵਾਪਸ ਦੇਣਾ ਕੁਝ। ਅਸੀਂ ਇੱਥੇ ਰਹਿ ਰਹੇ ਹਾਂ ਤਾਂ ਲੋਕਾਂ ਲਈ ਕਰਨਾ ਵੀ ਕੁਝ ਜ਼ਰੂਰੀ ਹੈ ਤੇ ਆਪਣੀ ਲਾਈਫ ਦੇ ਨਾਲ ਨੋਰਮਲ ਲਾਈਫ 'ਚ ਟਾਈਮ ਨਿਕਾਲਣਾ ਕੁਝ ਜ਼ਿਆਦਾ ਮੁਸ਼ਕਿਲ ਨਹੀਂ ਹੈ। ਜੇ ਵਿਲ ਪਾਰ ਹੋਏ ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ। ਸੋ ਬਿਲਕੁਲ ਜਿੱਦਾਂ ਕਿ ਅਸੀਂ ਵੇਖਿਆ ਕਿ ਇਹ ਬੱਚਿਆਂ ਤੋਂ ਸਾਨੂੰ ਤੁਸੀਂ ਜਦੋਂ ਇਹ ਮੁਲਾਕਾਤ ਤੁਸੀਂ ਵੇਖੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਕਿਉਂਕਿ ਅਸੀਂ ਆਮ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਇਦਾਂ ਦੀਆਂ ਵੇਖ ਲੈਂਦੇ ਹਾਂ, ਉਹਨਾਂ ਨੂੰ ਵੇਖ ਕੇ ਉੱਥੇ ਹੀ ਛੱਡ ਦਿੰਦੇ ਹਾਂ, ਪਰ ਇਹਨਾਂ ਬੱਚਿਆਂ ਨੇ ਉਹ ਚੀਜ਼ ਨੂੰ ਵੇਖਿਆ, ਪ੍ਰੈਕਟੀਕਲ ਕੀਤਾ। ਸੋ ਇਹਨਾਂ ਨੇ ਮਹਿਸੂਸ ਕੀਤਾ ਕਿ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਹਰ ਇਨਸਾਨ ਨੂੰ ਕਿੱਦਾਂ ਦੀ ਪ੍ਰੋਬਲਮ ਆਉਂਦੀ ਆ। ਹੈਂਡੀਕੈਪਟ ਲਾ ਲਈਏ ਜੋ ਇਨਸਾਨ ਨੇ, ਉਹ ਕਿਸ ਤਰ੍ਹਾਂ ਘਰਾਂ ਦੇ ਵਿੱਚ ਇੱਕ ਰਹਿ ਜਾਂਦੇ ਆ ਬੰਦ ਕਮਰਿਆਂ ਦੇ ਵਿੱਚ, ਬਾਹਰ ਨਿਕਲਣਾ ਉਹਨਾਂ ਨੂੰ ਔਖਾ ਹੁੰਦਾ, ਉਹਨਾਂ ਦੀ ਕੀ ਪ੍ਰੋਬਲਮ, ਉਹਨਾਂ ਨੂੰ ਪ੍ਰੋਬਲਮ ਲੈ ਕੇ ਇਹਨਾਂ ਨੇ ਇੱਕ ਸੰਸਥਾ ਬਣਾਈ। ਸੋ ਅੱਗੇ ਇਹਨਾਂ ਨੇ ਵੱਲੋਂ ਕੀ ਉਪਰਾਲੇ ਕੀਤੇ ਗਏ ਆਪਾਂ ਸੁਣਿਆ। ਸੋ ਮੈਨੂੰ ਇੱਕ ਚੰਗੀ ਸੋਚ ਇੱਦਾਂ ਨਾਲ ਸਾਨੂੰ ਜੁੜਨਾ ਚਾਹੀਦਾ ਹੈਗਾ ਤਾਂ ਕਿ ਅਸੀਂ ਸਾਡੇ ਬੱਚੇ ਇਸ ਤਰ੍ਹਾਂ ਦੇ ਬੱਚਿਆਂ ਤੋਂ ਪ੍ਰੇਰਿਤ ਹੋਣ। Very good afternoon to all of you, and thank you for coming for this special initiative which these four kids have taken upon themselves. This is a club of called Hope by Nishant International School. The full form of Hope is happiness offered for people everywhere, and through this initiative, they have done a survey around for how many toilets we have for differently abled people. And seeing their survey and research, I mean, I was personally very disturbed about how we look at people, because each of us, most of us travel around the world these days, and very often I've seen people in the West. If you look at countries, I mean, if you look at US or Europe or anywhere around the world, the kind of respect there is for differently abled people. वहाँ पे ये नहीं होता कि डिज्नीलैंड अगर आप जा रहे हो या कहीं पे भी जा रहे हो तो एक इंसान की जिंदगी खत्म हो जाती है अगर वो व्हील चेयर पे आ जाता है या कोई भी एक्सीडेंट हो जाता है या कोई भी ऐसा
उसके साथ हो. They still enjoy life. They are still taken by their family to these public parks. They are still taken care of. They travel. They enjoy their life. And life might be slightly difficult for them, but there's a lot of equality in between and for them. And whereas the survey on the contrary, इन बच्चों ने जो इनिशिएटिव लिया और सर्वे किया चंडीगढ़ एंड पंचकुला एंड मोहाली में, shockingly they talk about, they'll take you through the presentation, but जो building bylaws हैं अगर आप देखें, and it is for the press also, I would request you to look into it, that government offices में basic ramps नहीं हैं. Forget about the toilets, but ramps नहीं है जहाँ पे wheelchairs जा सकते हैं. और bylaws building जो laws हैं या building वो है वो कौन बनाती है? Government ही बनाती है. So it was shocking for me that, and especially in a city like Chandigarh, we don't have ramps for the wheelchairs to go. Forget about the toilets. So I would request Anvesha, who's the president of the club, to start with the presentation, and rest of you also, I think, please take them through the presentation. Thank you for the introduction. A very good afternoon to everybody. Thank you so much for joining us today. A little brief about who we are. My name is Anvesha Mongia, and I'm the president of Hope Club Dikshant International School. My fellow office bearers are Adnan Dikshit, Manvi Longia, and Muskan Dharwal. So we now have Manvi to talk about our past initiative. So our club has around 35 members, and we have been engaged in activities to promote social prosperity and also to help less privileged. Some of our past initiatives include fundraising through entrepreneurial projects like Christmas fates and canteens set up by students on PTM days. There are also many community programs and meets for the underprivileged on festivals and special days which are organized by us. Many innovative projects have also been designed by our Think Lab students, like one was blind stick play with sensors. Also, many environment projects include tree plantation and cleanliness drives, and also there was one of the projects we performed at school, like to save water, the recycling of auto water. So, according to that, today we are going to talk about one of our biggest initiatives. Through all these initiatives, we have always tried to give it back to the society and to promote a positive change. Our today's biggest project, which we'll be talking about, is the Accessible India project, which is centered around making India more accessible and disabled friendly for the disabled people. Now, Anvesha would further explain the project. So Chandigarh is known to be the city beautiful, and we thought so too until we noticed something strange. Chandigarh was beautiful but not for everybody. Therefore, my team and I surveyed 80 plus public places and restaurants. We started a petition. We also emailed government authorities and approached restaurant aggregators like Zomato and Swiggy. So what our survey looked for was washrooms for the differently abled, ISL trained employee, and ramps within an accessible distance. Here is a small glimpse into the results of our survey. This only shows 22 out of the 80 places. Our results show that 0 had toilets for the disabled and less than 50% had ramps within an accessible distance. 90% of surveyed banks and government offices didn't have enough ramps, disabled-friendly toilets, or accessible entrances. The most shocking of all was to see the absence of these toilets in public places like gardens, lakes, and parks. One such board was shown here, and even though it indicates that it is disabled-friendly, what we noticed was that the doorway wasn't even wide enough for a wheelchair to fit. Now, 7 years ago, the National Building Code removed the clause that required restaurants to be disabled friendly. This excluded an entire part of our population and made them further distant from living a normal life. Our petition was a plea to the administration to 1. Change the building code to make it more inclusive, and 2. To initiate the building of disabled friendly toilets throughout India. Our petition was undertaken on change.org and now has more than 7,200 signatures.
This means that more than 7,200 people believe in our cause. We also emailed government authorities like the Engineering Council of India and the Bureau of Indian Standards, who are mainly responsible for writing the building code. Our emails never received a response, and even if we did, it was only a redirection to another department. We also emailed Zomato and Swiggy to create a new column for accessibility features, but again, we never received a response. We also had a meeting with the Panchkula DC, who promised he would further look into the matter. We now have Adan to talk about the importance of the project. Around 2.21% of India's population is differently able. Now that doesn't seem like much, but that's about 2.68 crore people that cannot live an independent life and have to be dependent on a person who has to help them. This is not a new concept. It has been implemented by countries all over the world. Places like US or Europe have not only have accessible public places, but also accessible public transport with buses and trams and trains. If those countries can do it, why can't India? Do our citizens not deserve the independence that they get and the happiness that they get out of normal life? RTI in 2019 revealed that of the 35 states and union territories in India, 19 did not even have one public accessible toilet. The Rights of Persons with Disability Act came in 2014. It has now been 8 years and nothing has been changed. This is one of the testimonials that we got from a person who is currently experiencing the situation. Traveling to places, especially long train journeys, are something that I want to avoid. In the coach for disabled people, only one person is allowed along with the disabled person. I need at least 2 people to help me. If I use the other coach, then there are no accessible toilets. So, if it is a long train journey, then I have to suffer a lot. I refrain from drinking water or even going to toilets during journeys to the extent I can. It is disheartening to see a person who spends their entire life trying to be independent to be bound by the shackles of this system. Now I'll hand it to Muskan to explain the future of our project. Our future objectives for this project are as follows. We will continue further campaigning to spread the message and also to push our agenda to make India disabled friendly. We'll also be collaborating with different schools from other cities so that it can go from a more localized to a nationwide project. As we all know that there is no particular app or website out there in particular through which people can locate these disabled friendly places. So we are also planning on creating an app or a website to help people to locate disabled friendly toilets in places. It's one of our future goals that we see. And we'll also be starting a fundraiser for wheelchairs and walking sticks. Starting a petition was not enough. We need to bring about the real change, and for that we need the media. We need your support to change the way the country is there. We want to spread the message of inclusivity and make India a disabled friendly country. You can help us bring about real change, so we would really hope that you all support us and be a part of our campaign. Thank you. We are now open to questions. मिले पर उनका रिस्पॉन्स अच्छा नहीं आया। अब क्या आगे? क्या आगे तो अभी हमारे ओके तो अभी हमारा प्लान है कि पहले तो आप लोगों की हेल्प से हम और अथॉरिटीज़ के पास जाएं जो एक्चुअली हमें हेल्प करना चाहते हैं। उसके बाद आगे ये प्लान है कि जो हमारी सिटी के और स्कूल्स है और जो इंडिया के अक्रॉस और स्कूल्स है, अगर वो सारे भी गवर्नमेंट पे प्रेशर डालें कि आप ये बदलाव लाओ, तभी ये बदलाव आएगा। तो अभी हमारा आगे का ये प्लान है। उसके बाद ये भी है कि चंडीगढ़ में जैसे सुखना लेक है, रॉक गार्डन है, ये चंडीगढ़ की मेन टूरिस्ट प्लेसेस हैं, और अगर इधर भी टॉयलेट्स नहीं है जो एक्सेसिबल है, तो फिर आप बाकी जगह कहाँ एक्सपेक्ट कर सकते हो? अगर गवर्नमेंट प्लेसेस में नहीं है तो आप प्राइवेट उनको कैसे एक्सपेक्ट कर सकते हो? तो अभी इनिशियल गोल है कि अथॉरिटी से मिलकर उनको कन्विंस करना चाहते हैं कि आप इधर टॉयलेट्स बनाओ।
ਰਹੇ ਸੀਗੇ ਜ਼ਿਆਦਾ ਪ੍ਰੋਬਲਮ ਜਿਹੜੇ ਲੋਕ ਏਰੀਆ ਦੇ ਵਿੱਚ ਆਈ ਹੈ? ਜਿੱਦਾਂ ਕਿ ਅਸੀਂ ਗੱਲ ਕਰੀ ਕਿ ਮੇਨ ਪਬਲਿਕ ਟੂਰਿਸਟ ਡੈਸਟੀਨੇਸ਼ਨ ਸੁਖਨਾ ਲੇਕ, ਰੌਕ ਗਾਰਡਨ, ਸਾਡੇ ਪਾਰਕਸ ਨੇ ਜੋ ਕਿ ਬਹੁਤ ਜ਼ਿਆਦਾ ਪੋਪੂਲੇਸ਼ਨ ਉੱਥੇ ਜਾਂਦੀ ਹੈ ਤੇ ਉਸ ਜਗ੍ਹਾ ਵੀ ਬਿਲਕੁਲ ਵੀ ਜੋ ਟਾਇਲਟਸ ਹੈ ਉਹ ਬਿਲਕੁਲ ਵਾਈਡ ਨਹੀਂ ਹੈਗੇ ਕਿ ਇੱਕ ਵੇਚ ਦੇ ਅੰਦਰ ਜਾ ਸਕੇ। ਤਾਂ ਜੋ ਡਿਸੇਬਲਡ ਪੀਪਲ ਹੈ ਉਹ ਵੀ ਤਾਂ ਉਹ ਵੀ ਇਹ ਹੱਕ ਰੱਖਦੇ ਨੇ ਕਿ ਉਹ ਪਬਲਿਕ ਪਲੇਸ ਜਾ ਕੇ ਇੰਜੋਏ ਕਰ ਸਕਣ ਤੇ ਪਰ ਉਹ ਨਹੀਂ ਕਰ ਸਕਦੇ ਕਿਉਂਕਿ ਬਿਲਕੁਲ ਵੀ ਐਕਸੈਸਿਬਿਲਿਟੀ ਨਹੀਂ ਹੈ। ਤੇ ਜਦ ਕਿ ਅਸੀਂ ਪਬਲਿਕ ਤੇ ਨਾਲ ਪ੍ਰਾਈਵੇਟ ਰੈਸਟੋਰੈਂਟਸ ਵੀ ਸਰਵੇ ਕੀਤੇ ਉੱਥੇ ਤਾਂ ਬਿਲਕੁਲ ਵੀ ਨਹੀਂ ਹੈਗੀ। ਜਿੱਥੇ ਗਵਰਨਮੈਂਟ ਅਥਾਰਟੀਜ਼ ਵਿੱਚ ਹੀ ਟਾਇਲਟਸ ਨਹੀਂ ਹੈ ਤਾਂ ਪ੍ਰਾਈਵੇਟ ਅਸੀਂ ਐਕਸਪੈਕਟ ਨਹੀਂ ਕਰ ਸਕਦੇ। ਤੁਹਾਡੇ ਦਿਮਾਗ 'ਚ ਆਈਡੀਆ ਕਿਵੇਂ ਆਇਆ ਵੀ ਇਹ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ? ਤੁਸੀਂ ਤਾਂ ਸਟੂਡੈਂਟ ਹੈਗੇ ਹੋ, ਜਦ ਕਿ ਸਰਕਾਰਾਂ ਹੈਗੀਆਂ, ਸਰਕਾਰਾਂ ਤੋਂ ਲੋਕਾਂ ਨੂੰ ਆਸ ਹੁੰਦੀ ਹੈ, ਤੁਸੀਂ ਤਾਂ ਹਲੇ ਉਹ ਜਿਹੜੇ ਸਿੱਖ ਰਹੇ ਹੋ ਉਹ ਆ ਜਿਹੜੇ ਸਿੱਖ ਕੇ ਕਾਬਜ ਹੋ ਕੇ ਬੈਠੇ ਨੇ, ਹਨਾ? ਉਹ ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਜਿੱਦਾਂ ਅਸੀਂ ਆਪਣੀ ਫੈਮਿਲੀਜ਼ ਤੇ ਵੀ ਦੇਖਦੇ ਹਾਂ ਕਿ ਸਾਡੇ ਗ੍ਰੈਂਡ ਪੇਰੈਂਟਸ ਨੇ ਔਰ ਮੇਬੀ ਡਿਸੇਬਲਡ ਲੋਕ ਸਾਡੇ ਆਸ-ਪਾਸ ਨੇ ਤੇ ਅਸੀਂ ਉਹਨਾਂ ਨੂੰ ਨੋਟਿਸ ਕਰਦੇ ਹਾਂ। ਅਸੀਂ ਚਾਹੁੰਦੇ ਤਾਂ ਆਪਾਂ ਉੱਥੇ ਉਸ ਪ੍ਰੋਬਲਮ ਨੂੰ ਛੱਡ ਸਕਦੇ ਬਟ ਤੁਹਾਨੂੰ ਇਹ ਵੀ ਪਤਾ ਕਿ ਗਵਰਨਮੈਂਟ ਹੈ ਉਹ ਇੱਕ ਵੱਡਾ ਇੰਸਟੀਟਿਊਸ਼ਨ ਹੈ ਤੇ ਅਸੀਂ ਉਹਨਾਂ ਨੂੰ ਅਪਰੋਚ ਕਰਨਾ ਤੇ ਅਸੀਂ ਉਹ ਇੱਕ ਇਨੀਸ਼ੀਏਟਿਵ ਪਾਇਆ ਕਿ ਅਸੀਂ ਐਫਰਟ ਕੋਸ਼ਿਸ਼ ਕਰੀਏ ਅਸੀਂ ਰਿਕਗਨਾਈਜ਼ ਹੋਈਏ ਜਾਂ ਨਾ ਹੋਈਏ। ਆਪਾਂ ਹੋਪ ਕਰਦੇ ਹਾਂ ਕਿ ਆਪਾਂ ਰਿਕਗਨਾਈਜ਼ ਹੋਵਾਂਗੇ ਬਟ ਮੇਨ ਪੁਆਇੰਟ ਸੀ ਕਿ ਆਪਾਂ ਐਟਲੀਸਟ ਐਫਰਟ ਕਰੀਏ ਤੇ ਅਸੀਂ ਆਪਣੇ ਆਸ-ਪਾਸ ਦੇਖਦੇ ਨੇ ਕਿ ਡਿਸੇਬਲਡ ਲੋਕ ਕਿੰਨੀ ਮੁਸ਼ਕਿਲ ਆਉਂਦੀ ਆ ਉਹਨਾਂ ਨੂੰ ਤੇ ਇਹ ਇਸ ਕਰਕੇ ਸਾਨੂੰ ਇਹ ਆਈਡੀਆ ਆਇਆ ਕਿ ਸਾਨੂੰ ਇਸ ਕਾਜ਼ ਲਈ ਕੁਝ ਕਰਨਾ ਚਾਹੀਦਾ। ਇਕੱਲਾ ਚੰਡੀਗੜ੍ਹ ਬੇਸ ਦੀ ਤੁਹਾਡੀ ਰਿਸਰਚ ਜਿਹੜੀ ਹੈਗੀ? ਹਾਂਜੀ, ਫਿਲਹਾਲ ਸਾਡਾ ਸਰਵੇ ਚੰਡੀਗੜ੍ਹ ਰੈਸਟੋਰੈਂਟਸ ਤੇ ਅੱਗੇ ਕੀ ਸੋਚਿਆ ਹੈ? ਪਹਿਲੇ ਅਸੀਂ ਇਹ ਚਾਹੁੰਦੇ ਕਿ ਇੱਕ ਵਾਰ ਗਵਰਨਮੈਂਟ ਰਿਕਗਨਾਈਜ਼ ਕਰੇ ਫਿਰ ਅਸੀਂ ਹੋਰ ਸਕੂਲਸ ਨਾਲ ਵੀ ਅਲੱਗ-ਅਲੱਗ ਸਿਟੀਜ਼ ਵਿੱਚ ਵੀ ਕੋਲੈਬੋਰੇਟ ਕਰ ਸਕੀਏ ਤਾਂ ਕਿ ਹੋਰ ਵਲੰਟੀਅਰ ਸਾਨੂੰ ਜੁੜਨ, ਹੋਰ ਅਸੀਂ ਡੇਟਾ कलेक्ट कर सके तो फिर उससे बड़े स्केल पे प्रोजेक्ट कंप्लीट कर सकें। जब आपने सर्वे किया, आंकड़ा पेश कर दिया, उसके बाद जिनके लिए सर्वे किया गया उन लोगों को अपने साथ कैसे जोड़ रहे हो आप? क्योंकि वो जरूरी है। अगर आप बोलोगे तो नहीं सुना जाएगा, जब वो बोलेंगे तो ज़्यादा सुना जाएगा। उसके लिए क्या इनिशिएटिव कर रहे हो और क्या अब तक किया है? डिसेबल लोग ਲਈ ਜਿੱਦਾਂ ਅਸੀਂ ਕਿਹਾ ਕਿ ਸਾਨੂੰ ਹੁਣ ਮੀਡੀਆ ਦੀ ਜ਼ਰੂਰਤ ਹੈ ਤਾਂ ਕਿ ਹੋਰ ਲੋਕਾਂ ਲਈ ਅਸੀਂ ਪਹੁੰਚ ਸਕੀਏ ਤੇ ਅਸੀਂ ਵੀ ਟਰਾਈ ਕਰਾਂਗੇ ਕਿ ਅੱਗੇ ਅਸੀਂ ਆਪਣੇ ਨਾਲ ਕੁਝ ਡਿਸੇਬਲਡ ਦਾ ਅਸੀਂ ਟੈਸਟੀਮੋਨੀਅਲ ਵੀ ਪ੍ਰੈਜ਼ੈਂਟ ਕੀਤਾ ਪ੍ਰੈਜੈਂਟੇਸ਼ਨ ਜਿੱਥੇ ਇੱਕ ਆਰਟਿਸਟ ਜੋ ਕਿ ਖੁਦ ਡਿਸੇਬਲਡ ਹੈ ਉਹਨਾਂ ਦੀ ਗੱਲ ਦੱਸੀ ਹੋਈ ਅਸੀਂ ਬਤਾਈ ਕਿ ਉਹ ਖੁਦ ਦੱਸਦੇ ਕਿ ਉਹਨਾਂ ਨੂੰ ਕਿੰਨੀ ਦਿੱਕਤ ਆਉਂਦੀ ਹੈ। ਇਸ ਤਰ੍ਹਾਂ ਹੀ ਅਸੀਂ ਹੋਰ ਮੇਬੀ ਫੇਮਸ ਪਰਸਨੈਲਿਟੀਜ਼ ਅਸੀਂ ਜਾਣਦੇ ਜਿਨ੍ਹਾਂ ਨੂੰ ਜੋ ਕਿ ਖੁਦ ਡਿਸੇਬਲਡ ਨੇ ਉਹਨਾਂ ਦੇ ਇੰਟਰਵਿਊਜ਼ ਅਸੀਂ ਪੇਸ਼ ਕਰ ਸਕੀਏ ਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਮੀਡੀਆ ਵੀ ਇਸ ਤੇ ਹੋਰ ਜ਼ੋਰ ਪਾਏਗੀ ਇਸ ਗੱਲ ਤੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਜਾਣ ਸਕਣ ਤੇ ਗਵਰਨਮੈਂਟ ਤੇ ਪ੍ਰੈਸ਼ਰ ਆਏ ਕਿ ਐਕਚੁਅਲੀ ਕੁਝ ਚੱਲ ਰਿਹਾ ਹੈ ਤੇ ਉਸ ਨੂੰ ਨੋਟਿਸ ਕਰਨੀ ਹੈ ਉਹ ਚੀਜ਼। ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕਈ ਯੂਨੀਅਨਸ ਨੇ ਦਿਵਿਆਂਗ ਸੀ ਉਹਨਾਂ ਨਾਲ ਵੀ ਮੁਲਾਕਾਤ ਕਰਨ ਦੀ ਗੱਲ ਹੋਈ ਕਿਉਂਕਿ ਉਹਨਾਂ ਦੀ ਜਿਹੜੇ ਪ੍ਰੋਟੈਸਟ ਨੇ ਵਿਚਕਾਰ ਚੱਲਦੇ ਰਹਿੰਦੇ ਤਾਂ सारा पिटिशन जो सीगा वो काफ़ी लोगों ने साइन करा था जो एक्चुअली डिसेबल्ड है ते जो डिसेबिलिटी एडवोकेसी में काम करते हैं ते काफ़ी लोगों ने साइन किया सी क्योंकि असी देख सकते हैं कि काफ़ी लोगों ने कमेंट भी करा था कि ये बहुत ज़रूरी है कि सानू बहुत प्रॉब्लम आती है तो उन लोगों के जो पेरेंट्स थे जो बच्चे होते हैं जैसे हमारे स्कूल में भी एक बच्ची है 9th क्लास में जो एक्चुअली इसको ये प्रॉब्लम आती है। हमने उससे भी बात करी और वो ये कहती थी कि अगर वो कहीं भी जाती है उसे अपनी मम्मा के साथ जाना पड़ता है मतलब उसके लिए अकेले जाना इंडिपेंडेंटली जाना बहुत मुश्किल है। तो इस मतलब तो ऐसे अभी हम ट्राई कर रहे हैं हमने जैसे एक नीनू जनरल मैम है वो ओपी जनरल की चेयरपर्सन है हमने उनको भी ईमेल लिखी थी कि उनको भी क्योंकि ये प्रॉब्लम आती होगी और वो भी काफ़ी सालों से इसमें काम कर रहे थे हमने उनको भी ईमेल लिखी थी तो अभी हम उनके रिस्पॉन्स का वेट कर रहे हैं। डीसी से आपने मुलाकात की थी, उन्होंने आपको क्या भरोसा दिया और आगे आपके साथ मिलके वो क्या कर रहे हैं, क्या स्टेटस है? हाँ तो हम डीसी से अभी रिसेंटली मिले थे उनको हमने अपना लेटर पकड़ाया था कि हमने उनको बताया था कि ये प्रॉब्लम है तो वो ये तो समझ रहे थे कि काफ़ी बड़ी प्रॉब्लम है और उन्हें बोला था कि वो उसमें आगे देखेंगे तो अभी हम उनसे फॉलो अप करेंगे उनके साथ भी मीटिंग हुई इस महीने तो उसका हम वेट कर रहे हैं। जो डीसी ऑफिस आप विजिट किया वहाँ पे आ रहा है वो सब था? उधर भी नहीं था रैंप उधर भी उनके ऑफिस जाने के लिए भी आपने उनको बोला ही हाँ तो भाई वो हमारे एक सर्वे में उनका भी ऑफिस इंक्लूडेड था इनकम टैक्स डिपार्टमेंट था कहीं भी नहीं था रैंप।